ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਆਗੇ ਆਈ ਤਾਲ ਖਿਦਰਣ ਸੋ ਲਰਬੀ ਕੋ ਖਰਾ ਟਿਕਾਣਾ। ਆਗੇ ਆਈ ਤਾਲ ਖਿਦਰਣ ਸੋ ਲਰਬੀ ਕੋ ਖਰਾ ਟਿਕਾਣਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੋਬਿੰਦ ਸਿੰਘ ਗੁਰੂ ਗਤ ਦਾਇਕ ਆਨ ਕੀ ਆਸ ਨਹੀਂ ਮਨ ਰਾਏ। ਚਾਤਰਕ ਚੇਤ ਮੋਰ ਮੋਰਟ ਸਵਾਤ ਦਿਦਾਰ ਕਵੈ ਏਉ ਪਾਏ। ਜਿਉ ਪਤੰਗ ਨਿਉ ਕੀ ਡੋਰ ਬਦਾ ਡਗ ਡੋਲ ਸੋਲਿਓ ਮਿਲਾਏ। ਸਿੰਧੋ ਤਾਸਨ ਭਵ ਕੀ ਗਤ ਮੋਹਿ ਮਿਆ ਕਰ ਲਿਓ ਬਚਾਏ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਵ੍ਰਿਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੋ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਵਰ ਨਿਰੰਕਾਰੀ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਦੋਂ ਮਾਝੇ ਦੇ ਇਲਾਕੇ 'ਚੋਂ ਬੜੇ ਸਿਆਣੇ ਸਿਆਣੇ ਪਤਵੰਤੇ ਗੁਰਮੁਖ ਇਕੱਠੇ ਹੋ ਕਰਕੇ ਸਤਿਗੁਰੂ ਜੀ ਦੇ ਚਰਨਾਂ 'ਚ ਹਾਜ਼ਰ ਹੋ ਗਏ ਸਨ। ਉਸ ਟਾਈਮ ਮਹਾਰਾਜ ਜਿਹੜਾ ਹੈ ਰਾਮਿਆਣਾ ਪਿੰਡ ਉਹਦੇ ਵਿੱਚ ਪਹੁੰਚ ਚੁੱਕੇ ਸੀ। ਜਦੋਂ ਸਤਿਗੁਰੂ ਜੀ ਨੇ ਦੇਖਿਆ ਵੀ ਬਹੁਤ ਸਾਰੀ ਜਿਹੜੀ ਸੰਗਤ ਹੈ ਮਾਝੇ ਦੇ ਇਲਾਕੇ 'ਚੋਂ ਇਕੱਠੀ ਹੋ ਕਰਕੇ ਆਈ ਹੈ, ਜੋ ਵੀ ਇਹਨਾਂ ਨੇ ਮਤਾ ਪਹਿਲਾਂ ਹੀ ਆਪਣੇ ਇਲਾਕੇ ਦੇ ਵਿੱਚ ਪੱਕਾ ਕੀਤਾ ਹੋਇਆ ਸੀ ਵੀ ਆਪਾਂ ਇਉਂ ਦਸ਼ਮੇਸ਼ ਪਿਤਾ ਦੇ ਅੱਗੇ ਜਾ ਕਰਕੇ ਬੇਨਤੀਆਂ ਕਰਨੀਆਂ ਹਨ। ਵੀ ਜੇ ਤਾਂ ਇਸੇ ਤਰ੍ਹਾਂ ਆਪ ਜੀ ਨੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਰੋਜ਼ ਦੀ ਰੋਜ਼ ਲੜਾਈ ਝਗੜੇ ਵੱਡੇ ਵੱਡੇ ਘਮਸਾਨ ਦੇ ਜੰਗ ਛੇੜ ਕਰਕੇ ਰੱਖਣੇ ਹਨ, ਵੀ ਫਿਰ ਤਾਂ ਸਾਥੋਂ ਆਪ ਦੀ ਜਿਹੜੀ ਗੁਰ ਸਿੱਖੀ ਨਹੀਂ ਨਿਭਾ ਹੋਣੀ। ਜੇ ਆਪ ਪਹਿਲੇ ਸਤਿਗੁਰਾਂ ਦੇ ਸਮਾਨ ਸ਼ਾਂਤ ਰੂਪ ਹੋ ਕਰਕੇ ਸੰਗਤਾਂ ਨੂੰ ਨਾਮ ਦਾ, ਬਾਣੀ ਦਾ, ਸੇਵਾ ਦਾ, ਭਗਤੀ ਦਾ ਉਪਦੇਸ਼ ਕਰੋਗੇ, ਫਿਰ ਅਸੀਂ ਆਪ ਜੀ ਦੇ ਚਰਨਾਂ ਦੇ ਸੇਵਕ ਦਾਸ ਇਸੇ ਤਰ੍ਹਾਂ ਹੀ ਬਣ ਕੇ ਰਹਿਣਾ ਹੈ। ਸੁਣ ਕਰਕੇ ਮਹਾਰਾਜ ਦੇ ਮਨ ਦੇ ਅੰਦਰ ਬੜਾ ਬੇਰਸ ਪੈਦਾ ਹੋ ਗਿਆ ਸੀ। ਕਹਿਣ ਲੱਗੇ ਵੀ ਹੁਣ ਦੱਸੋ, ਤੁਸੀਂ ਸਾਡੇ ਪਾਸ ਸੇਵਕ ਬਣ ਕੇ ਆਏ ਹੋ ਜਾਂ ਫਿਰ ਗੁਰੂਆਂ ਦੇ ਸਮਾਨ ਸਾਨੂੰ ਉਪਦੇਸ਼ ਦੇਣ ਦੇ ਲਈ ਪਹੁੰਚੇ ਹੋ। ਜਦੋਂ ਮਹਾਰਾਜ ਨੇ ਬੜੇ ਖਰੇ ਖਰੇ ਵਚਨ ਆਪਣੇ ਵੱਲੋਂ ਸੁਣਾਏ, ਸਾਰਿਆਂ ਦੀਆਂ
ਨੀਵੀਆਂ ਪੈ ਗਈਆਂ ਸਨ। ਸਤਿਗੁਰੂ ਜੀ ਕਹਿਣ ਲੱਗੇ, ਤੁਹਾਨੂੰ ਕਿਹੜਾ ਅਸੀਂ ਕੋਈ ਘਰੋਂ ਥੋੜ੍ਹਾ ਬੁਲਾਉਣ ਵਾਸਤੇ ਗਏ ਆ, ਜਾਓ। ਤੁਹਾਡੇ ਜੈਸੇ ਡਰਪੋਕ ਬੁਜ਼ਦਿਲ ਗੁਰਸਿੱਖਾਂ ਦੀ ਸਾਨੂੰ ਕੋਈ ਲੋੜ ਨਹੀਂ, ਜਿਹੜੇ ਐਨ ਸਮੇਂ 'ਤੇ ਦਗਾ ਕਰਨ ਵਾਲੇ ਹਨ, ਜਿਨ੍ਹਾਂ ਦੇ ਮਨ ਦੇ ਵਿੱਚ ਅਸੀਂ ਆਪਣੇ ਧੀਆਂ ਪੁੱਤਰਾਂ ਦਾ ਮੋਹ ਭਰਿਆ ਹੋਇਆ, ਉਹ ਤਾਂ ਬੇਦਾਵਾ ਲੈ ਕੇ ਉਸ ਥਾਂ ਤੋਂ ਵਾਪਸ ਮੁੜ ਗਏ ਸੀ। ਪਰ ਜਿਨ੍ਹਾਂ ਦੇ ਵਿੱਚੋਂ ਕੁਝ ਕੁ ਸ਼ਰਧਾਲੂ ਪ੍ਰੇਮੀ ਸਨ, ਉਹਨਾਂ ਦੇ ਹਿਰਦੇ ਦੇ ਅੰਦਰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਪਿਆਰ ਪੈਦਾ ਹੋ ਗਿਆ। ਸੋਚਣ ਲੱਗੇ ਵੀ ਆਪਾਂ ਤਾਂ ਇਹ ਇਲਾਕੇ ਦਾ ਭਲਾ ਕਰਵਾਉਣ ਲਾ ਆਏ ਸੀ, ਉਲਟਾ ਇਹ ਤਾਂ ਸੰਗਤਾਂ ਨੂੰ ਡੋਬ ਲਿਆ। ਉਧਰੋਂ ਜਿਹੜਾ ਸੀ ਟਾਂਗੂ, ਸਤਿਗੁਰੂ ਜੀ ਨੇ ਬਹੁਤ ਉੱਚੇ ਦਰਾਂ ਦੇ ਉੱਪਰ ਚਾੜ੍ਹਿਆ ਹੋਇਆ, ਉਹਨੇ ਬੇਨਤੀ ਕੀਤੀ, ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਆ ਜਿਹੜੀਆਂ ਵਜੀਦਿਆਂ ਦੀਆਂ ਫੌਜਾਂ ਨੇੜੇ ਆ ਗਈਆਂ ਨੇ, ਆ ਸਾਹਮਣੇ ਬਹੁਤ ਸਾਰਾ ਮਿੱਟੀ ਘੱਟਾ ਆਕਾਸ਼ ਦੇ ਵਿੱਚ ਉੱਡਦਾ ਹੋਇਆ ਨਜ਼ਰ ਆਉਣ ਲੱਗ ਪਿਆ, ਅਤੇ ਜਿਹੜੇ ਨੇ ਵੱਡੇ ਵੱਡੇ ਢੋਲ ਨਗਾਰੇ ਵੱਜਦੇ, ਉਹਨਾਂ ਦੀ ਆਵਾਜ਼ ਵੀ ਮੇਰੇ ਕੰਨ ਦੇ ਵਿੱਚ ਪੈ ਰਹੀ ਹੈ। ਸੁਣ ਕਰਕੇ ਸਤਿਗੁਰੂ ਜੀ ਨੇ ਇੱਥੋਂ ਆਪਣਾ ਡੇਰਾ ਖਿਦਰਾਣੇ ਦੀ ਢਾਬ ਦੇ ਵੱਲ ਕੋਚ ਕਰ ਦਿੱਤਾ ਸੀ। ਜਿਹੜੇ ਇਹਨਾਂ ਦੇ ਵਿੱਚੋਂ ਸਿਦਕ ਭਰੋਸਾ ਧਾਰਨ ਕਰਨ ਵਾਲੇ ਗੋਰਾ ਸਿੱਖ, ਉਹਨਾਂ ਨੂੰ ਵੀ ਇਹ ਖਬਰ ਮਿਲ ਗਈ ਵੀ ਦੇਖੋ ਬੜੀਆਂ ਜਿਹੜੀਆਂ ਸ਼ਾਹੀ ਫੌਜਾਂ ਸਤਿਗੁਰੂ ਜੀ ਨੂੰ ਗ੍ਰਿਫਤਾਰ ਕਰਨ ਦੇ ਲਈ ਮਾਰੋ ਪਾਰ ਕਰਦੀਆਂ ਆ ਰਹੀਆਂ ਹਨ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਆਗੇ ਆਈ ਤਾਲ ਖਿਦਰਾਣਾ। ਜਿਆਦਾ ਸਤਿਗੁਰੂ ਜੀ ਨੇ ਜਿਹੜਾ ਸੀ ਖਿਦਰਾਣੇ ਦਾ ਬਹੁਤ ਵੱਡਾ ਤਾਲਾਬ, ਉਹਦੇ ਵੱਲ ਨਿਗਾਹ ਮਾਰੀ ਸੀ। ਸੋ ਲਰਬੀ ਕੋ ਖਰਾ ਟਿਕਾਣਾ। ਦੇ ਲਿਆ ਮਾਰਨ ਵੀ ਹੈ ਤੁਰਕਾਂ ਮੁਗਲਾਂ ਪਠਾਨਾਂ ਦੇ ਨਾਲ ਯੁੱਧ ਕਰਨ ਦੇ ਲਈ ਬਹੁਤ ਸੋਹਣਾ ਇੱਕ ਟਿਕਾਣਾ ਬਣਿਆ ਹੋਇਆ ਹੈ। ਨਾਹੀਂ ਤਾਂ ਕੁਛ ਤਹਿਤੀ ਚੱਲ ਆਗੀ। ਬਹਿਰਾੜ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਨਹੀਂ, ਫਿਰ ਆਪਾਂ ਇਸ ਤੋਂ ਥੋੜ੍ਹਾ ਜਿਹਾ ਕੋਈ ਹੋਰ ਜੰਗਲਾਂ ਰੋਈਆਂ ਬੀਆਵਨ ਵੱਲ ਲੰਘ ਜਾਂਦੇ ਆ। ਜਹ ਤੁਰਕਨ ਜਲ ਹਾਥ ਨਾ ਲਾਗੀ। ਜਿੱਥੇ ਤੁਰਕਾਂ ਮੁਗਲਾਂ ਪਠਾਨਾਂ ਨੂੰ ਇੱਕ ਵੀ ਕੋਟਾ ਪਾਣੀ ਦੀ ਆਲੇ ਦੁਆਲੇ ਇਲਾਕੇ 'ਚੋਂ ਹੱਥ ਨਹੀਂ ਲੱਗੇਗੀ। ਬਿਨ ਮਾਰੀ ਆਪੇ ਮਰ ਜਾਈ। ਜਿੱਥੇ ਹੁਣ ਰੋਈਆਂ ਬੀਆਵਾਨ ਡਰਾਉਣਾ ਇਲਾਕਾ, ਇਹ ਤਾਂ ਬਿਨਾਂ ਮਾਰੇ ਤੋਂ ਆਪਣੇ ਆਪ ਹੀ ਪਿਆਸ ਦੇ ਕਾਰਨ ਰਾਹ ਦੇ ਵਿੱਚ ਹੀ ਮਰ ਜਾਣੇ ਹਨ। ਨਾਹੀਂ ਤਾਂ ਸੂਕੇ ਬਦਨ ਭਲਾਈ। ਨਹੀਂ ਤਾਂ ਫਿਰ ਜਦੋਂ ਇਹਨਾਂ ਦੇ ਮੂੰਹ ਸੁੱਕਣ ਲੱਗ ਗਏ, ਪਾਣੀ ਇਹਨਾਂ ਨੂੰ ਕਿਤੋਂ ਮਿਲਣਾ ਨਹੀਂ, ਪਿਆਸ ਦੇ ਕਾਰਨ ਆਪਣੇ ਆਪ ਹੀ ਫੌਜਾਂ ਨੇ ਪਿੱਛੇ ਨੂੰ ਮੋੜੇ ਪਾ ਦੇਣੇ ਹਨ। ਠਹਿਰ ਨਾ ਸਕੈ ਤੁਰਤ ਫਿਰ ਜਾਵ ਹੈ। ਇਹ ਜਿਹੜਾ ਜੰਗ 22 ਵਿਸਾਖ 1762 ਬਿਕਰਮੀ ਸੰਮਤ ਨੂੰ ਹੋਇਆ ਸੀ। ਵਿਸਾਖ ਦੇ ਮਹੀਨੇ ਵੀ ਇਹ ਗਰਮੀ ਬੜੀ ਤੇਜ਼ ਪੈਣ ਲੱਗ ਜਾਂਦੀ ਹੈ। ਕਹਿਣ ਲੱਗੇ ਮਹਾਰਾਜ, ਜਦੋਂ ਹੁਣ ਉਹਨਾਂ ਨੂੰ ਪਿਆਸ ਨੇ ਕੀਤਾ ਤੰਗ, ਆਪਣੇ ਆਪ ਹੀ ਵਾਪਸ ਮੁੜਨ ਦੇ ਲਈ
ਉਹਨਾਂ ਨੇ ਵਿਚਾਰ ਕਰ ਲੈਣੀ ਹੈ। ਜਬ ਖੋਜੀ ਤੀ ਨੀਰ ਨਾ ਪਾਵਹਿ। ਹੁਣ ਇੱਥੇ ਆਲੇ ਦੁਆਲੇ ਕੋਹਾ ਤਾਂ ਕਿਤੇ ਵੀ ਉਹਨਾਂ ਨੂੰ ਭਾਲਿਆ ਹੋਇਆ ਜਿਹੜਾ ਜਲ ਨਹੀਂ ਲੱਭੇਗਾ। ਇਮ ਤਿਨ ਕੀ ਮਸਲਤ ਸੁਨ ਕਾਨੇ। ਇਹ ਜਦੋਂ ਇਸ ਜੰਗਲ ਦੇ ਜੋ ਭੇਤੀ ਸਨ ਬੈਰਾੜ ਗੁਰ ਸਿੱਖ, ਉਹਨਾਂ ਨੇ ਆਪਣੇ ਵੱਲੋਂ ਬੇਨਤੀ ਕੀਤੀ ਹੈ। ਸਨੇ ਸਨੇ ਆਗੇ ਪ੍ਰਸਥਾਨੇ। ਸਤਿਗੁਰੂ ਜੀ ਸਹਿਜੇ ਸਹਿਜੇ ਖਿਦਰਾਣੇ ਦੀ ਢਾਬ ਦੇ ਵੱਲ ਚੱਲ ਪਏ ਸਨ। ਉਨ ਸਿੱਖ ਕਹਿ ਨਿਕਟ ਹੀ ਆਈ। ਪਰ ਉਸ ਸਮੇਂ ਗੁਰਸਿੱਖ ਕਹਿ ਲਗੇ ਮਹਾਰਾਜ ਆ ਜਿਹੜੀਆਂ ਸ਼ਾਹੀ ਫੌਜਾਂ ਉਹ ਤਾਂ ਬਿਲਕੁਲ ਆਪਣੇ ਨੇੜੇ ਢੁੱਕ ਚੁੱਕੀਆਂ ਹਨ। ਖੋਜ ਤੁਰੰਗ ਨਵੀਨੋ ਪਾਈ। ਉਹ ਰਾਹ ਦੇ ਵਿੱਚ ਉਹਨਾਂ ਨੇ ਤਾਜ਼ੀਆਂ ਜਿਹੜੀਆਂ ਘੋੜਿਆਂ ਦੀਆਂ ਪੈੜਾਂ ਲੱਭ ਲਈਆਂ ਵੀ ਇੱਥੋਂ ਉੱਥੋਂ ਦੀ। ਇਹ ਗੁਰੂ ਜੀ ਆ ਅੱਗੇ ਇਲਾਕੇ ਦੇ ਵਿੱਚ ਗਏ ਹਨ। ਤਾਏ ਬਿਲੋਕੈ ਜਨ ਹੈ ਨੀਰੀ। ਹੁਣ ਰਾਹ ਦੇ ਵਿੱਚ ਤੁਰਕ ਮੁਗਲ ਪਠਾਨ ਇਹ ਵੀ ਬੜੇ ਸਿਆਣੇ ਨੇ, ਦੇ ਲਿਆ ਵੀ ਤਾਂ ਹੁਣੇ ਅਜੇ ਗੁਰੂ ਜੀ ਅੱਗੇ ਲੰਘੇ ਹਨ। ਆ ਦੇਖ ਲਓ ਜਿਹੜੀਆਂ ਘੋੜਿਆਂ ਦੀਆਂ ਤਾਜ਼ੀਆਂ ਪੈੜਾਂ ਸਾਹਮਣੇ ਦਿਸ ਰਹੀਆਂ ਹਨ। ਰਿਪ ਪ੍ਰਤ ਕਹਿਓ ਗੁਰੂ ਤਿਸ ਬੀਰੀ। ਇਹ ਸੁਣ ਕਰਕੇ ਮਹਾਰਾਜ ਨੇ ਇਹੋ ਜਿਹੇ ਪ੍ਰਵਚਨ ਕੀਤੇ ਆਪਣੀ ਰਸਨਾ ਤੋਂ। ਖਰ ਤੁਰਕਨ ਕੀ ਆਖਨ ਕਟਾ। ਹਰ ਤੁਰਕਨ ਕੀ ਆਖਨ ਘਟਾ, ਵੀ ਜਿਹੜਾ ਮੂਰਖ ਗਵਾਰ ਗਧਿਆਂ ਦੇ ਸਮਾਨ ਮੋਟੀ ਮੱਤ ਵਾਲੇ ਤੁਰਕ ਪਠਾਨ ਨਾਲ ਚੜੇ ਆਉਂਦੇ ਹਨ। ਅੱਖੀਂ ਕੱਟਾ, ਇਹਨਾਂ ਦੀਆਂ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਬੜਾ ਇਹੋ ਜਿਹਾ ਮਿੱਟੀ ਘੱਟਾ ਹੀ ਪੈ ਜਾਣਾ ਹੈ। ਖੋਜ ਕਹਿ ਨਹਿ ਮੁਖ ਵਿੱਚ ਡਟਾ। ਭਾਵੇਂ ਪੈੜਾਂ ਤਾਂ ਉਹਨਾਂ ਨੇ ਤਾਜ਼ੀਆਂ ਜੁਰੋ ਰੱਬ ਲਈਆਂ ਹਨ, ਪਰ ਦੇਦਿਆਂ ਉਹਨਾਂ ਨੇ ਸਾਨੂੰ ਰਾਹ ਦੇ ਵਿੱਚ ਕਿਤੇ ਵੀ ਲੱਭ ਨਹੀਂ ਸਕਣਾ ਵੀ ਜਿਹੜੇ ਸਿਪਾਹੀ ਜਵਾਨ ਘੋੜਿਆਂ ਦੀਆਂ ਪੌੜਾਂ ਨੂੰ ਦੇ ਤਾਂ ਜ਼ਰੂਰ ਨੇ, ਪਰ ਉਹਨਾਂ ਤੋਂ ਸਤਿਗੁਰੂ ਜੀ ਦੇ ਬਾਰੇ ਸਰਦਾਰਾਂ ਨੂੰ ਵੀ ਕੋਈ ਗੱਲ ਨਹੀਂ ਦੱਸ ਹੋਣੀ ਹੈ। ਹੋਈ ਮਤਵਾਰੀ ਤਰ ਤਰ ਤੱਕੈ। ਇਹ ਤਾਂ ਕਮਲਿਆਂ ਸਦਾਈਆਂ ਦੇ ਸਮਾਨ ਹੋ ਕੇ ਤਰ ਚਾਰੇ ਪਾਸੇ ਤੱਕਣ ਲੱਗ ਜਾਣਗੇ। ਨਿਕਟ ਹੋਏ ਭੀ ਵੇਖ ਨਾ ਸਕੈ। ਸਤਿਗੁਰੂ ਜੀ ਕਹਿ ਲੱਗੇ ਖਾਲਸਾ ਜੀ ਕਿਸੇ ਨੇ ਡਰਨਾ ਨਹੀਂ, ਮਨ ਦੇ ਵਿੱਚ ਭੈ ਨਹੀਂ ਧਾਰਨ ਕਰਨਾ। ਜੇ ਆਪਣੇ ਨੇੜੇ ਆ ਗਏ ਤਾਂ ਵੀ ਇਹ ਜਿਹੜੇ ਨਾ ਤੁਰਕ ਮੁਗਲ ਪਠਾਨ ਆਪਾਂ ਨੂੰ ਦੇਖ ਨਹੀਂ ਸਕਣਗੇ। ਇਮ ਕਹਿ ਖਿਦਰਾਣੇ ਲੱਗ ਗਈ। ਇਹ ਮਹਾਰਾਜ ਇਹ ਬਚਨ ਬਲਾਸ ਕਰਦਿਆਂ ਖਿਦਰਾਣੇ ਦੀ ਢਾਬ ਦੇ ਨੇੜੇ ਪਹੁੰਚ ਗਏ ਸੀ। ਨੀਰ ਤੁਰਕ ਭੀ ਕਰਤੇ ਭਈ। ਉਧਰੋਂ ਤੁਰਕਾਂ ਮੁਗਲਾਂ ਪਠਾਣਾਂ ਦੀਆਂ ਵੀ ਫੌਜਾਂ ਨਜ਼ਦੀਕ ਪਹੁੰਚ ਚੁੱਕੀਆਂ ਸਨ। ਮਦਰ ਦੇਸ਼ ਕੀ ਸੰਗਤ ਜੋਈ। ਹੁਣ ਜਿਹੜੇ ਜਥੇਦਾਰ ਭਾਈ ਮਹਾਂ ਸਿੰਘ ਦੇ ਸਾਥੀ ਉਹਨਾਂ ਦੇ ਖੂਨ ਨੇ ਜਦੋਂ ਬਾਲਾ ਖਾਧਾ, ਕਹਿ ਲੱਗੇ ਵੀ ਦੇਖੋ ਜਿਹੜੀਆਂ ਸ਼ਾਹੀ ਫੌਜਾਂ ਉਹ ਤਾਂ ਸਤਿਗੁਰੂ ਜੀ ਨੂੰ ਪਕੜਨ ਦੇ ਲਈ ਬਹੁਤ ਨੇੜੇ ਆ ਚੁੱਕੀਆਂ ਹਨ। ਲਿਖਤ ਬਿਦਾਵਾ ਗਮਨੀ ਸੋਈ। ਜਿਨ੍ਹਾਂ ਦੇ ਮਨ ਸੀ ਆਪਣੇ ਪਰਿਵਾਰਾਂ ਦਾ, ਧੀਆਂ ਪੁੱਤਰਾਂ ਦਾ ਭਰਿਆ ਹੋਇਆ ਮੋਹ, ਉਹ ਤਾਂ ਬਿਦਾਵਾ ਲੈ ਕੇ ਉੱਥੋਂ ਹੀ ਸਾਰੇ ਵਾਪਸ ਮੁੜ ਗਏ ਸੀ। ਤਿੰਨ ਮੈਂ ਪੰਜ ਸਿੱਖ ਮਤਵੰਤੀ। ਪਰ ਜਦੋਂ ਇਹਨਾਂ ਚੋਂ 5 ਜਣਿਆਂ ਦੇ ਹਿਰਦੇ ਦੇ ਅੰਦਰ ਇਹੋ ਜਿਹਾ ਸਤਿਗੁਰੂ ਜੀ ਦੇ ਚਰਨਾਂ ਦਾ ਪ੍ਰੇਮ ਪੈਦਾ ਹੋਇਆ ਸੀ। ਰਤੇ ਸਿਆਈ ਜੈ ਮੁਖ ਨਾ ਮੋੜਨ ਜਿਨੀ ਸੰਝਾਤਾ ਸਾਈ। ਚੜ ਪਵਦੇ ਕੱਚੇ ਬਿਰੀ ਜਿਨ੍ਹਾਂ ਕਾਰਨ ਆਈ ਕਬੀਰ ਐਸੀ ਹੋਏ ਪਰੀ। ਮਨ ਕੋ ਭਾਵਤ ਕੇਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸੁਧੌਰਾ ਲੀਨ। ਜਿਨ੍ਹਾਂ ਨੇ ਮਨ ਦੇ ਵਿੱਚ ਗੱਲ ਚੰਗੀ ਤਰ੍ਹਾਂ ਧਾਰਨ ਕਰ ਲਈ ਵੀ ਆਪਾਂ ਤਾਂ ਹੁਣ ਫਿਰ ਦਸ਼ਮੇਸ਼ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਆਪਣੇ ਸਿਰੀ ਕੁਰਬਾਨ ਕਰ ਦੇਣੇ ਹਨ। ਸਭਨ ਤਿਕਾਰ ਹਟੀ ਬਲਵੰਤੀ। ਪਹਿਲਾਂ ਇਹਨਾਂ ਚੋਂ 5 ਜਣੇ
ਕੁਰਬਾਨੀ ਦੇਣ ਵਾਸਤੇ ਤਿਆਰ ਹੋਏ। ਹੌਲੀ ਹੌਲੀ ਉਹਨਾਂ ਨੇ ਬੜੀਆਂ ਇੱਕ ਦੂਜੇ ਦੇ ਨੇੜੇ ਹੋ ਕਰਕੇ ਲਾਹਨਤਾਂ ਫਟਕਾਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਕਹਿਣ ਲੱਗੀ ਸਭ ਦੇਸ਼ ਡੁੱਬੋਇਓ। ਇੱਕ ਦੂਜੇ ਨੂੰ ਸੁਣਾਉਣ ਲੱਗੇ ਵੀ ਕਾਹਦੇ ਆਪਾਂ ਇਤਨੀ ਦੂਰੀ ਤੋਂ ਚੱਲ ਕੇ ਵੀ ਆਏ, ਪਰ ਫਿਰ ਵੀ ਆਪਾਂ ਨੇ ਸਤਿਗੁਰੂ ਜੀ ਤੋਂ ਹੋ ਕਰਕੇ ਨਾ ਬੇਮੁਖ ਇਹ ਆਪਣਾ ਸਾਰਾ ਇਲਾਕਾ ਹੀ ਡੋਬ ਲਿਆ। ਲੋਕ ਪਰਲੋਕ ਸਗਲ ਹੀ ਖੋਇਓ। ਹੁਣ ਆਪਾਂ ਨੂੰ ਨਾ ਲੋਕ ਨਾ ਪਰਲੋਕ ਦੇ ਵਿੱਚ ਕਿਤੇ ਵੀ ਢੋਈ ਨਹੀਂ ਪ੍ਰਾਪਤ ਹੋਏਗੀ। ਹਮ ਤੋ ਗੁਰਹਿਤ ਦੇਹ ਪ੍ਰਾਨ। ਉਸ ਸਮੇਂ ਜਿਹੜੇ ਸੀ ਪਿਆਰ ਵਾਲੇ ਜ਼ੋਦੇ ਸੂਰਮੇ ਹਮ ਤੋਂ ਗੁਰਹਿਤ ਦਇਆ ਪ੍ਰਾਨ ਜਥੇਦਾਰ ਭਾਈ ਮਾ ਸਿੰਘ ਵਰਗਿਆਂ ਨੇ ਆਪਣੇ ਨਾਲ ਦੇ ਸਾਥੀਆਂ ਨੂੰ ਜਦੋਂ ਬੰਗਾਰਿਆ ਵੀ ਹੱਥੀ ਤਾਂ ਹੁਣ ਸਤਿਗੁਰੂ ਜੀ ਦੇ ਲਈ ਹਮ ਤੋਂ ਗੁਰਹਿਤ ਦਇਆ ਪ੍ਰਾਣਾ ਪ੍ਰਾਣ ਹੀ ਕੁਰਬਾਨ ਕਰ ਦੇਣੇ ਨੇ। ਵਿੱਚ ਸੰਗਰਾਮ ਕਰਹਿ ਅਨ ਅਰਹਾਨ। ਜੇ ਤੁਰਕਾਂ ਮੁਗਲਾਂ ਪਠਾਣਾਂ ਦੀਆਂ ਫੌਜਾਂ ਆ ਵੀ ਗਈਆਂ ਵਿੱਚ ਕਰੇ ਕਸਮਾਨ ਵੀ ਮੈਦਾਨੇ ਜੰਗ ਦੇ ਵਿੱਚ ਸਾਹਮਣੇ ਹੋ ਕਰਕੇ ਉਹਨਾਂ ਦੇ ਨਾਲ ਜੰਗ ਕਰਨਾ ਹੈ। ਤੁਰਕ ਹਜ਼ਾਰ ਹੋ ਗੁਰ ਕੀ ਗਿਰਦ। ਦੇਖੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਤਿਗੁਰੂ ਜੀ ਨੂੰ ਪਕੜਨ ਦੇ ਲਈ ਕਿਤਨੇ ਜਿਹੜੇ ਤੁਰਕ ਮੁਗਲ ਪਠਾਨ ਇੱਧਰ ਉੱਧਰ ਘੁੰਮਣ ਲੱਗ ਪਏ ਹਨ। ਕੋਈ ਇਸ ਸਮੇਂ ਤਜੈ ਹੋਏ ਮਰਦ। ਕਿਹੜਾ ਹੋ ਜਿਹਾ ਮਰਦ ਜ਼ੋਦਾ ਸੂਰਮਾ ਆਪਣੇ ਗੁਰੂ ਪੀਰਾਂ ਨੂੰ ਛੱਡ ਸਕਦਾ ਹੈ ਵੀ ਜਿਨ੍ਹਾਂ ਨੂੰ ਫੜਨ ਦੇ ਲਈ ਫੌਜਾਂ ਸਾਹਮਣੇ ਖੜੀਆਂ ਹੋਣ। ਉਹਨਾਂ ਦੇ ਮਨ ਦੇ ਵਿੱਚ ਜਦੋਂ ਦਲੇਰੀ ਉਤਸ਼ਾਹ ਕਿਤੇ ਪੈਦਾ ਹੋ ਜਾਏ ਫਿਰ ਜਿਹੜੇ ਹੋ ਜੇ ਜੋਧੇ ਸੂਰਮੇ ਆਪਣੇ ਗੁਰੂ ਪੀਰਾਂ ਵੱਲੋਂ ਕਦੇ ਮੋਹ ਨਹੀਂ ਮੋੜਿਆ ਕਰਦੇ ਹਨ। ਏਤੀ ਭੀਰ ਗੁਰੂ ਪਰ ਪਰੀ। ਕਿਤਨੀ ਵੱਡੀ ਭੀੜਾ ਐਸ ਸਮੇਂ ਮਹਾਰਾਜ ਦੇ ਉੱਪਰ ਪੈਣ ਲੱਗੀ ਹੈ ਸਦ ਹੈ ਪ ਤਜੈ ਇਸ ਕਰੀ। ਜੋਧੇ ਸੂਰਮੇ ਕਹਿਣ ਲੱਗੇ ਵੀ ਸਾਡੀ ਤਾਂ ਜ਼ਿੰਦਗੀ ਨੂੰ ਹੋਈ ਲੱਖ ਲਾਹਨਤ ਹੈ, ਲੱਖ ਤਿਰਕਾਰ ਹੈ ਵੀ 4 ਦਿਨ ਜਿਉਂ ਕਰਕੇ ਦੱਸੋ ਹੋਰ ਆਪਾਂ ਨੇ ਦੁਨੀਆ ਦੇ ਵਿੱਚ ਕੀ ਖੱਟ ਲੈਣਾ। ਜੀਵਨ ਪਾਈ ਕਰਹਿਗੇ ਕਹਾਂ। ਜੇ 5-10 ਸਾਲ ਜ਼ਿੰਦਗੀ ਜਿਉਂ ਲਈ ਤਾਂ ਫਿਰ ਆਪਾਂ ਨੂੰ ਕੀ ਪ੍ਰਾਪਤ ਹੋ ਜਾਏਗਾ। ਜੀ ਪ੍ਰਭ ਕਾਜ ਨਾ ਐਹ ਇਹਾਂ। ਜੇਕਰ ਐਸ ਵਕਤ ਆਪਾਂ ਸਤਿਗੁਰੂ ਜੀ ਦੇ ਕਾਰਜ ਨਾ ਆ ਸਕੇ ਫਿਰ ਆਪਣੀ ਜ਼ਿੰਦਗੀ ਕਾਹਦੀ ਜਿਉਣੀ ਹੈ। ਅੰਤ ਸਮਾਂ ਸਭ ਕੇ ਸਿਰ ਖੜਾ। ਜਿਹੜਾ ਅੰਤ ਦਾ ਸਮਾਂ ਉਹ ਤਾਂ ਹਰੇਕ ਦੇ ਸਿਰ ਦੇ ਉੱਪਰ ਹੀ ਸਦਾ ਵਾਸਤੇ ਖੜਾ ਹੈ। ਕਾਇਰ ਸੂਰ ਨਾ ਕਿਸਤੇ ਟਰਾ। ਜਥੇਦਾਰ ਭਾਈ ਮਾ ਸਿੰਘ ਕਹਿਣ ਲੱਗੇ ਵੀ ਦੇਖ ਲਓ ਚਾਹੇ ਕੋਈ ਡਰਪੋਕ ਹੈ ਬੁਜ਼ਦਿਲ ਹੈ ਜੋਧਾ ਸੂਰਮਾ ਹੈ ਇਹ ਮੌਤ ਦਾ ਫਿਰ ਕਦੇ ਵੀ ਕਿਸੇ ਦੇ ਸੀਰ ਤੋਂ ਟਲਿਆ ਨਹੀਂ ਨਾ ਕਰਦੀ ਹੈ। ਜੀਵਨ ਮਰਨ ਧਨ ਤਿਨ ਕੀਰਾ। ਉਹਨਾਂ ਜਗਿਆਸੂਆਂ ਦਾ ਉਹਨਾਂ ਗੁਰ ਸਿੱਖਾਂ ਦਾ ਇਹ ਮਰਨਾ ਵੀ ਧਨਤਾ ਦੇ ਜੋਗ ਹੋ ਜਾਂਦਾ ਹੈ। ਜਿਨ ਗੁਰ ਸੇਵ ਕਰੀ ਇਸ ਬੇਰਾ। ਜਿਨ੍ਹਾਂ ਨੇ ਇਹੋ ਜਿਹੇ ਔਖੇ ਮੌਕੇ 'ਤੇ ਸੇਵਾ ਕਰਦਿਆਂ ਇਹ ਆਪਣੇ ਜਿਹੜੇ ਸੀ ਬਲੀਦਾਨ ਕਰ ਦਿੱਤੇ ਹਨ। ਜੀਅਤ ਨਿੰਦ ਮ੍ਰਿਤ ਨਰਕ ਸਹੀਰਾ। ਪਰ ਜਿਹੜੇ ਨੇ ਮੌਤ ਤੋਂ ਡਰਨ ਵਾਲੇ ਡਰਪੋਕ ਬੁਜ਼ਦਿਲ ਉਹਨਾਂ ਦੀ ਥਾਂ 'ਤੇ ਜਿਉਂਦਾ ਜੀ ਸਮਾਜ ਦੇ ਵਿੱਚ ਬੜੀ ਨਿੰਦਿਆ ਬੜੀਆਂ ਲਾਹਨਤਾਂ ਪੈਂਦੀਆਂ ਨੇ ਵੀ ਕਾਹਦਾ ਇਹਦਾ ਡਰਦਾ ਹੋਇਆ ਮਹਾਰਾਜ ਦੇ ਕੋਲੋਂ ਬੇਮੁਖ ਹੋ ਕਰਕੇ ਆ ਗਿਆ। ਕਰਮ ਕਮਾਇਓ ਤੁਮ ਇਸ ਬੇਰਾ। ਮਾਰਨ ਤੋਂ ਬਾਅਦ ਉਹਨਾਂ ਨੂੰ ਫਿਰ ਨਰਕਾਂ ਦੇ ਵਿੱਚ ਪਾਉਣਾ ਪਉਂਦੇ ਹੋ ਜੇ ਬੜੇ ਖੋਟੇ ਕਰਮ ਕਮਾ ਕੇ ਵਾਪਸ ਮੁੜ ਆਏ ਆ। ਸਿੱਖ ਪੰਚੰਤੀ ਸੁਨ ਕਰ ਕਾਨ। ਜਦੋਂ 5 ਗੁਰ ਸਿੱਖਾਂ ਨੇ ਬੜੇ ਇਹਨਾਂ ਨੂੰ
ਮੈਣੇ ਔਰ ਤਾਨੇ ਮਾਣੇ ਮਾਰੇ ਸਨ। ਭਇਓ ਸਿਦਕ ਕੇਤਿਕ ਕੈ ਆਨ। ਸੁਣ ਕਰਕੇ ਹੋਰ ਕਈਆਂ ਦੇ ਮਨ ਦੇ ਵਿੱਚ ਬੜਾ ਸਿਦਕ ਭਰੋਸਾ ਦਲੇਰੀ ਪੈਦਾ ਹੋ ਗਈ। ਤਿਨ ਕੋ ਛੋੜ ਇਤਹ ਸੇ ਮਿਲੀ। ਉਹ ਫਿਰ ਉਹਨਾਂ ਨੂੰ ਛੱਡ ਕਰਕੇ ਜਥੇਦਾਰ ਭਾਈ ਮਾ ਸਿੰਘ ਦੇ ਨਾਲ ਆ ਕਰਕੇ ਮਿਲ ਗਏ ਸਨ। ਤਾਜਨ ਗੁਰੂ ਕੋ ਅਬ ਨਹਿ ਭਲੀ। ਸੋ ਦਿਨ ਵੀ ਹੋ ਜਾਏ ਔਖੇ ਮੌਕੇ ਤੇ ਗੁਰੂ ਜੀ ਨੂੰ ਛੱਡਣਾ ਇਹ ਸਾਡੇ ਵਾਸਤੇ ਕੋਈ ਚੰਗੀ ਗੱਲ ਨਹੀਂ ਹੈ। ਬਰਖ ਹਜ਼ਾਰ ਹੋ ਨਰਕ ਸਹੀਰਿਓ। ਆਪਾਂ ਨੇ ਤਾਂ ਗੁਰੂ ਜੀ ਨੂੰ ਲੈ ਕਰਕੇ ਨਾ ਬੇਦਾਵਾ ਹਜ਼ਾਰਾਂ ਬਾਅਦ ਸਾਲ ਬਾਅਦ ਤੇ ਵੱਡੇ ਵੱਡੇ ਨਰਕ ਸੇੜ ਲਏ ਨੇ। ਰਣ ਤੇ ਡਰ ਗੁਰ ਤੇ ਮੁਖ ਪੇਰਿਓ। ਇੱਕ ਤਾਂ ਜੁੱਧ ਤੋਂ ਡਰਦਿਆਂ ਹੋਇਆ ਆਪਾਂ ਨੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਵੱਲੋਂ ਦੇਖੋ ਆਪਣਾ ਮੋਹ ਹੀ ਮੋੜ ਲਿਆ ਹੈ। ਏਕ ਘੜੀ ਕੋ ਸੰਕਟ ਨੀਕੋ। ਜ਼ੈ ਕਰ ਜੰਗ ਕਰਦਿਆਂ ਸ਼ਹੀਦ ਹੋਣਾ ਵੀ ਪੈ ਗਿਆ। ਫਿਰ ਉਸ ਟਾਈਮ ਤੇ ਤਾਂ ਇੱਕ ਜਾਂ ਦੋ ਘੜੀਆਂ ਕੋਈ ਮਾੜੇ ਮੋਟਾ ਦੁੱਖ ਕੋਈ ਥੋੜੀ ਬਹੁਤੀ ਤਕਲੀਫ ਆਪਾਂ ਨੂੰ ਸਰੀਰਾਂ ਤੇ ਝੱਲਣੀ ਪੈਣੀ ਹੈ। ਲੱਖੋਂ ਬਰਖ ਸਦਾ ਸੁਖ ਜੀ ਕੋ। ਪਰ ਥੋੜਾ ਜਿਹਾ ਕਸ਼ਟ ਥੋੜਾ ਜਿਹਾ ਦੁੱਖ ਚੱਲਣ ਦੇ ਨਾਲ ਫਿਰ ਜਿਹੜੇ ਸੁੱਖ ਆਪਾਂ ਨੂੰ ਇਹ ਪਤਾ ਨਹੀਂ ਕਿਤਨੇ ਹਜ਼ਾਰਾਂ ਸਾਲਾਂ ਦੇ ਲਈ ਪ੍ਰਾਪਤ ਹੋ ਜਾਣੇ ਹਨ। ਹਮ ਗਾਡੇ ਹੋਏ ਠਾਂਡੇ ਅੜੈ। ਉਸੇ ਵਕਤ ਇਹ ਕਹਿਣ ਲੱਗੇ ਵੀ ਦੇਖੋ ਆਪਾਂ ਨੇ ਤੁਰਕਾਂ ਮੁਗਲਾਂ ਦੀਆਂ ਫੌਜਾਂ ਨੂੰ ਆ ਖਦਰਾਣੇ ਦੀ ਢੰਮ ਤੋਂ ਅੱਗੇ ਨਹੀਂ ਲੰਘਣਾ ਦੇਣਾ ਹੈ। ਰਿਪਸੋਂ ਰਨ ਕਰ ਮਾਰ ਹੈ ਮਰੈ। ਜਿਤਨੇ ਕਾਪਾ ਤੋਂ ਮਾਰ ਹੋਏ ਅੱਗੇ ਉਹ ਕਰਕੇ ਜ਼ਰੂਰ ਇਹਨਾਂ ਦਾ ਮੁਕਾਬਲਾ ਕਰਨਾ ਹੈ। ਗੁਰ ਲਗ ਤੁਰਕ ਜਾਨ ਨਹਿ ਦਹਿ। ਕੋਈ ਵੀ ਤੁਰਕ ਪਠਾਨ ਆ ਜਿਹੜੇ ਚੜੇ ਆਉਂਦੇ ਨਾ ਮੂੰਹ ਚੱਕ ਕੇ ਇਹਨਾਂ ਚੋਂ ਆਪਾਂ ਨੇ ਗੁਰੂ ਜੀ ਦੇ ਪਾਸ ਪਹੁੰਚਣ ਨਹੀਂ ਦੇਣਾ ਹੈ। ਜਬ ਲਗ ਤਨ ਮਹਿ ਪ੍ਰਾਨ ਰਹਿ ਹੈ। ਜਿਤਨਾ ਚਿਰ ਤਾਂ ਆਪਣੇ ਸਰੀਰ ਦੇ ਵਿੱਚ ਚੱਲਦੇ ਨੇ ਪ੍ਰਾਣ ਉਤਨਾ ਟਾਈਮ ਫੌਜਾਂ ਨੂੰ ਇਸ ਸਤਾ ਤੋਂ ਅੱਗੇ ਨਹੀਂ ਲੰਘਣ ਦਿਆਂਗੇ। ਨਹਿ ਬੱਟਾ ਸਿੱਖੀ ਕੋ ਲਾਵੇ। ਹੁਣ ਆਪਾਂ ਨੇ ਇਹੋ ਜਿਹਾ ਬੱਟਾ ਇਹੋ ਜਿਹਾ ਦਾਗ ਗੁਰ ਸਿੱਖੀ ਨੂੰ ਨਹੀਂ ਲੱਗਣ ਦੇਣਾ ਹੈ। ਨਹੀਂ ਆਪਣੋ ਧਰਮ ਗਵਾਵੇ। ਹੁਣ ਆਪਣਾ ਜਿਹੜਾ ਧਰਮ ਵੀ ਨਹੀਂ ਗਵਾਉਣਾ ਚਾਹੁੰਦੇ ਸਨ। ਹਮ ਤੋ ਪ੍ਰਣ ਧਾਰਿਓ ਅਬ ਐਸੀ। ਕਹਿ ਲੱਗੇ ਵੀ ਹੁਣ ਤਾਂ ਬਸ ਮਨ ਦੇ ਅੰਦਰ ਹੈ ਪੱਕਾ ਹੀ ਸ਼ਹੀਦੀ ਪ੍ਰਾਪਤ ਕਰਨ ਦੇ ਲਈ ਅਸੀਂ ਪ੍ਰਣ ਧਾਰਨ ਕਰ ਲਿਆ। ਆਪਰ ਕਰੋ ਜਿਨ ਕੇ ਮਨ ਜੈਸੀ। ਔਰ ਜਿਹੜੇ 200 ਚੱਲ ਕੇ ਆਏ ਸੀ ਉਹਨਾਂ ਨੂੰ ਕਹਿੰਦੇ ਵੀ ਤੁਹਾਡੀ ਮਰਜ਼ੀ ਹੈ ਵਾਪਸ ਮੁੜਨਾ ਆਪਣੇ ਘਰਾਂ ਨੂੰ ਜਾ ਸਕਦੇ ਹੋ ਪਰ ਅਸੀਂ ਤਾਂ ਇੱਕ ਵੀ ਜਿਹੜਾ ਪੈਰ ਪਿੱਛੋਂ ਨੇ ਪਾਉਣਾ। ਆ ਜਿਹੜੇ ਤੁਰਕ ਮੁਗਲ ਪਠਾਨ ਚੜ੍ਹੇ ਆਉਂਦੇ ਹਨ ਇਹਨਾਂ ਦੇ ਸਾਹਮਣੇ ਹੋ ਕਰਕੇ ਆਪਣਾ ਜਿਹੜਾ ਸੀਸ ਕੁਰਬਾਨ ਕਰ ਦੇਣਾ ਹੈ। ਇਤਿਆਦ ਕਬਹੁ ਕਹਿ ਤਰਕ। ਉਸ ਸਮੇਂ ਜਦੋਂ ਇਹਨਾਂ ਨੇ ਦਲੇਰੀ ਔਰ ਉਤਸ਼ਾਹ ਵਾਲੇ ਵਚਨ ਇਹਨਾਂ ਸਾਰਿਆਂ ਦੇ ਸਾਹਮਣੇ ਕਹਿ ਦਿੱਤਾ ਸੀ। ਜੀਵਤ ਨਿੰਦਾ ਮਰਤੇ ਨਰਕ। ਕਹਿ ਲੱਗੇ ਵੀ ਲੈਣਾ ਕੀ ਹੈ 4 ਦਿਨ ਸੰਸਾਰ ਦੇ ਵਿੱਚ ਰਹਿ ਕਰਕੇ ਅਸੀਂ ਤਾਂ ਪਹਿਲਾਂ ਹੀ ਆ ਬੜੀਆਂ ਜਿਹੜੀਆਂ ਲਾਨਤਾਂ ਫਟਕਾਰਾਂ ਇਹ ਆਪਣੇ ਮੂੰਹ ਤੇ ਝੱਲ ਲਈਆਂ ਹਨ। ਹਟੇ ਸਿੰਘ ਸਭ ਸੰਖਿਆ 40। ਉਹ ਸਮੇਂ ਇਹਨਾਂ ਚੋਂ ਫਿਰ 40 ਆਪਣੀ ਸ਼ਹੀਦੀ ਪ੍ਰਾਪਤ ਕਰਨ ਦੇ ਲਈ ਨਿਤਰ ਪਏ ਸਨ। ਰਿਣ ਕਰ ਵੀ ਕਹੋ ਧੀਰ ਵਿਸਾਲੀ। ਜਿਨ੍ਹਾਂ ਦੇ ਮਨ ਦੇ ਵਿੱਚ ਯੁੱਧ ਕਰਨ ਦੇ ਲਈ ਬੜੀ ਧੀਰਜ ਬੜੀ ਦਲੇਰੀ ਇਹ ਬੜਾ ਵੀਰ ਰਸ ਪੈਦਾ ਹੋ ਗਿਆ ਸੀ। ਆਪਰ ਭਈ ਕਾਇਰ ਬਲਹਾਰੀ। ਹੋਰ ਜਿਹੜੇ ਭਾਵੇਂ 200 ਚੱਲ ਕਰਕੇ ਆਏ ਸੀ ਸਾਰੇ 40 ਤੋਂ ਬਿਨਾ
ਇਹ ਬੜੇ ਡਰਪੋਕ ਕਾਇਰ ਬੁੱਝ ਦਿਲ ਬਣ ਗਏ ਸਨ। ਪਗ ਚੰਚਲ ਕਰ ਦੂਰ ਸਿਧਾਰੀ। ਇਹ ਤਾਂ ਹੁਣ ਡਰਦੇ ਹੋਏ ਤੁਰਕਾਂ ਮੁਗਲਾਂ ਪਠਾਣਾ ਤੋਂ ਆਪਣੇ ਘੋੜਿਆਂ ਨੂੰ ਤੇਜ਼ ਕਰਕੇ ਸਾਰੇ ਉੱਥੋਂ ਹੀ ਵਾਪਸ ਮੁੜ ਪਏ ਸੀ। ਪਿਆਰੇ ਪ੍ਰਾਨ ਕਰੇ ਤਜ ਧਰਮੋ। ਇਹਨਾਂ ਨੇ ਆਪਣਾ ਧਰਮ ਤਿਆਗ ਕਰਕੇ ਇੱਕ ਪ੍ਰਾਣਾਂ ਨੂੰ ਹੀ ਮਨ ਦੇ ਵਿੱਚ ਪਿਆਰੇ ਸਮਝਿਆ ਹੋਇਆ ਸੀ। ਸਤਿਗੁਰ ਤਿਆਗੀ ਕਰਿਓ ਕੋ ਕਰਮੋ। ਸਤਿਗੁਰੂ ਜੀ ਤੋਂ ਬੇਮੁਖ ਹੋ ਕਰਕੇ ਬਹੁਤ ਵੱਡਾ ਇਹਨਾਂ ਨੇ ਅਪਰਾਧ ਕਮਾ ਲਿਆ ਸੀ। ਜਿਤ ਕੋ ਆਈ ਤਿਤਹਿ ਸਿਧਾਰੀ। ਜਿਸ ਦਿਸ਼ਾ ਦੇ ਵਿੱਚ ਵੱਲੋਂ ਆਏ ਸੀ ਤੇ ਸਾਰੇ ਹੀ ਆਪਣੇ ਧੀਆਂ ਪੁੱਤਰਾਂ ਦੇ ਮੋਹ ਦੀਆਂ ਫਾਈਆਂ ਦੇ ਵਿੱਚ ਬੰਨੇ ਹੋਏ ਸਾਰੇ ਤੁੱਤਰ ਦੇ ਸਮਾਨ ਪਿੱਛੇ ਨੂੰ ਮੁੜ ਪਏ ਸਨ। ਮਨਹੁ ਚਰਨ ਮ੍ਰਿਗ ਕੀ ਸਭ ਧਾਰੀ। ਇਉਂ ਲੱਗਦਾ ਸੀ ਵੀ ਜਿਨ੍ਹਾਂ ਨੇ ਆਪਣੇ ਜਿਹੜੇ ਪੈਰ ਹਿਰਨਾਂ ਦੇ ਸਮਾਨ ਬਣਾ ਲਏ, ਭਾਵ ਵੀ ਡਰਦਿਆਂ ਹੋਏ ਨਾ ਫੌਜਾਂ ਤੋਂ ਬੜੀ ਤੇਜ਼ੀ ਦੇ ਨਾਲ ਸਾਰੇ ਪਿੱਛੇ ਨੂੰ ਮੁੜ ਪਏ ਸੀ। ਜਬ ਸ਼੍ਰੀ ਪ੍ਰਭ ਖਿਦਰਾਣੀ ਆਈ। ਜਦੋਂ ਦਸ਼ਮੇਸ਼ ਪਿਤਾ ਆਪਣੇ ਖਾਲਸੇ ਦੇ ਸਮੇਤ ਚੱਲ ਕਰਕੇ ਖਿਦਰਾਣੇ ਦੀ ਢਾਬ ਤੇ ਪਹੁੰਚ ਗਏ ਸੀ। ਲਰਨ ਸਤਾਨ ਬਿਲੋਕ ਅਲਾਈ। ਗਿਆਨ ਦੁਨੀਆ ਦੇ ਮਾਲਕ ਨੇ ਬਹੁਤ ਸੋਹਣੀ ਜਗ੍ਹਾ ਜੰਗ ਕਰਨ ਵਾਸਤੇ ਜਦੋਂ ਦੇਖੀ, ਉਸ ਸਮੇਂ ਫਿਰ ਬਚਨ ਕਰਨ ਲੱਗ ਪਏ ਸਨ। ਸ਼ੋਸ਼ਕ ਭਰਿਓ ਨਮਰੀ ਥਲ ਹੈ। ਵੀ ਦੇਖੋ ਆ ਢਾਬ ਦੇ ਅੰਦਰ ਜਾ ਕੇ ਬਹੁਤ ਜਿਹੜੀ ਨੀਵੀਂ ਸਾਫ ਔਰ ਸੁੱਕੀ ਜਗ੍ਹਾ ਪਈ ਹੈ। ਰਨ ਹਮ ਕਰਹਿ ਇਹਾਂ ਥਿਰ ਰਹਿ। ਸਤਿਗੁਰੂ ਜੀ ਕਹਿਣ ਲੱਗੇ ਖਾਲਸਾ ਜੀ ਵੀ ਆ ਨੀਵੀਂ ਜੀ ਜਿਹੜੀ ਜਗ੍ਹਾ ਹੈ ਇੱਥੇ ਖਲੋ ਕਰਕੇ ਅਸੀਂ ਹੁਣ ਤੁਰਕਾਂ ਮੁਗਲਾਂ ਪਠਾਣਾ ਦੇ ਸਾਹਮਣੇ ਹੋ ਕੇ ਬਹੁਤ ਵੱਡਾ ਘਮਸਾਨ ਦਾ ਯੁੱਧ ਕਰਨਾ ਹੈ। ਬਦਰੀ ਬ੍ਰਿੰਦ ਸਗਨ ਹੈ ਆਛੀ। ਜਿਸ ਖਿਦਰਾਣੇ ਦੀ ਢਾਬ ਦੇ ਆਲੇ ਦੁਆਲੇ ਬਹੁਤ ਵੱਡੀਆਂ ਵੱਡੀਆਂ ਸੰਘਣੀਆਂ ਜਿਹੜੀਆਂ ਬੇਰੀਆਂ ਜਿਵੇਂ ਆ ਜਾਲ ਵਿਛੇ ਹੁੰਦੇ ਹਨ, ਚਾਰੇ ਪਾਸੇ ਵੱਡੀਆਂ ਵੱਡੀਆਂ ਸੰਘਣੀਆਂ ਬੇਰੀਆਂ ਵੀ ਥਾਂ ਤੇ ਖੜੀਆਂ ਸਨ। ਹਤ ਹੈ ਤੁਰਕ ਗਨ ਕੋ ਚਿਤ ਬਾਂਛੀ। ਸਤਿਗੁਰੂ ਜੀ ਚਾਹੁੰਦੇ ਨੇ ਵੀ ਇੱਥੇ ਖੜਿਆ ਹੋ ਕੇ ਇਨ੍ਹਾਂ ਤੁਰਕਾਂ ਜ਼ਾਲਮਾਂ ਪਾਪੀਆਂ ਦਾ ਨਾਸ ਕਰਨਾ ਹੈ। ਦਾਨ ਸਿੰਘ ਆਦਿਕ ਬਹਿਰਾੜ। ਪਰ ਜਿਹੜੇ ਭਾਈ ਦਾਨ ਸਿੰਘ ਤੋਂ ਲੈ ਕੇ ਸਿਆਣੇ ਪ੍ਰੇਮੀ ਸਰਦਾਲੂ ਸਦਕਵਾਨ ਗੁਰ ਸਿੱਖ ਮਹਾਰਾਜ ਦੇ ਨਾਲ ਚੱਲ ਕੇ ਆਏ ਸੀ। ਕਹੇ ਚਹੂ ਦਿਸ਼ ਝਾੜ ਉਜਾੜ। ਕਹਿਣ ਲੱਗਾ ਸੱਚੇ ਪਾਤਸ਼ਾਹ ਗਰੀਬ ਨਵਾਜ, ਭਾਵੇਂ ਇਸ ਢਾਬ ਦੇ ਆਲੇ ਦੁਆਲੇ ਦੇ ਲੋ ਕਿਤਨੇ ਵੱਡੇ ਝਾੜ ਵੀ ਕੰਡਿਆਂ ਵਾਲੇ ਥਾਂ ਤੇ ਉੱਗੇ ਹੋਏ ਹਨ। ਨਾਹਕ ਰੁਕੋ ਬੀਚ ਲਸ਼ਕਰ ਕੀ। ਪਰ ਫਿਰ ਵੀ ਆਪ ਜੀ ਨੂੰ ਇਹਨਾਂ ਸ਼ਾਹੀ ਫੌਜਾਂ ਦੇ ਵਿਚਕਾਰ ਰੁਕਣਾ ਨਹੀਂ ਬਣਦਾ ਹੈ। ਘੇਰਾ ਪਾਈ ਲਿਹ ਬਲ ਕਰ ਕੀ। ਹੁਣ ਜਿਹੜੇ ਕਈ ਹਜ਼ਾਰ ਚੜ੍ਹ ਕਰਕੇ ਆ ਗਏ ਹਨ, ਕੋਈ ਪਤਾ ਨਹੀਂ ਇਹ ਫਿਰ ਇਸ ਢਾਬ ਨੂੰ ਚਾਰੇ ਪਾਸਿਆਂ ਤੋਂ ਆ ਕਰਕੇ ਘੇਰਾ ਵੀ ਪਾ ਸਕਦੇ ਹਨ। ਆਗੇ ਚਲੋ ਖਿਤਕ ਥਲ ਔਰ। ਸੱਚੇ ਪਾਤਸ਼ਾਹ ਵੀ ਇੱਥੋਂ ਆਪਾਂ ਥੋੜਾ ਜਿਹਾ ਅੱਗੇ ਜਾ ਕਰਕੇ ਹੋਰ ਕੋਈ ਸੋਹਣਾ ਟਿਕਾਣਾ ਲੱਭ ਲੈਣਾ ਹੈ। ਖਰੀ ਹੋਈ ਹੈ ਆਛੀ ਠੌਰ। ਜਿਸ ਥਾਂ 'ਤੇ ਵੀ ਕੋਈ ਬੈਰੀਆਂ ਦੀ ਜਾਂ ਝਾੜਾਂ ਵਾਲੀ ਜਗ੍ਹਾ ਆਪਾਂ ਨੂੰ ਮਿਲ ਗਈ, ਉਹਨਾਂ ਦਾ ਓਟ ਰਾਜਾ ਲੈ ਕੇ ਉਸ ਥਾਂ 'ਤੇ ਆਪਾਂ ਨੇ ਫਿਰ ਇਹਨਾਂ ਦੇ ਨਾਲ ਜੰਗ ਕਰਨ ਲੱਗ ਜਾਣਾ ਹੈ। ਪ੍ਰਿਸ਼ਟ ਆਪਣੀ ਰਖੈ ਉਜਾੜ। ਭਾਈ ਦਾਨ ਸਿੰਘ ਤੋਂ ਲੈ ਕੇ ਸਾਰੇ ਬੈਰਾੜ ਮਹਾਰਾਜ ਦੇ ਅੱਗੇ ਬੇਨਤੀਆਂ ਕਰਨ ਲੱਗ ਪਏ, ਸੱਚੇ ਪਾਤਸ਼ਾਹ ਵੀ ਫਿਰ ਥੋੜਾ ਜਿਹਾ ਅਗਾਊ ਜਾ ਕਰਕੇ ਆਪਾਂ ਨੇ ਜਿਹੜੀਆਂ ਆਪਣੀਆਂ ਪਿੱਠਾਂ
ਜੰਗਲ ਦੇ ਵੱਲ ਕਰ ਲੈਣੀਆਂ ਹਨ। ਸ਼ਲਖ ਤੁਰਕ ਕੀ ਕਰਹਿ ਮਾਰ, ਉੱਥੇ ਹੀ ਬੰਦੂਕ ਦੇ ਵਿੱਚੋਂ ਚਲਾ ਕਰਕੇ ਗੋਲੀਆਂ ਬੜੇ ਤੁਰਕ ਮੁਗਲ ਪਠਾਨ ਖਤਮ ਕਰ ਦੇਣੇ ਹਨ। ਜੀਤਕ ਹਤੇ ਜਾਈ ਹੱਥ ਕਰਕੇ, ਜੈਤਨੀ ਕ ਫੌਜ ਆਪਾਂ ਤੋਂ ਮਾਰੀ ਜਾਏਗੀ। ਪਰੀ ਜੋਰ ਤੀ ਜਹ ਟਰਕੈ, ਅਗਰ ਕਿਤੇ ਕੋਈ ਜ਼ਿਆਦਾ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਦਾ ਜ਼ੋਰ ਪੈਂਦਾ ਹੋਇਆ ਦੇ ਲਿਆ, ਫਿਰ ਉੱਥੋਂ ਆਪਾਂ ਥੋੜ੍ਹਾ ਜਿਹਾ ਅੱਗੇ ਇਹ ਜੰਗਲਾਂ ਦੇ ਵੱਲ ਵੀ ਜਾ ਸਕਦੇ ਹਾਂ। ਇਹ ਮਤ ਹਮਰੋ ਮਨਹੁ ਗੁਰ ਜੀ, ਇਹ ਸਾਰੇ ਪ੍ਰੇਮੀ ਮਹਾਰਾਜ ਦੇ ਅੱਗੇ ਵਾਰ-ਵਾਰ ਹੱਥ ਜੋੜਨ ਲੱਗ ਪਏ ਸਨ। ਰੁਕੋ ਨਾ ਆਪ ਕਰਤ ਸਭ ਅਰਜੀ, ਸੱਚੇ ਪਾਤਸ਼ਾਹ ਵੀ ਆਪ ਨੂੰ ਇਸ ਥਾਂ 'ਤੇ ਜਿਹੜਾ ਰੋਕਣਾ, ਇਹ ਸਾਨੂੰ ਮਨ ਦੇ ਵਿੱਚ ਕੋਈ ਚੰਗਾ ਨਹੀਂ ਲੱਗਦਾ ਹੈ। ਇਮ ਬਹੁ ਬਾਰ ਬਾਰ ਹੋਈ ਦੀਨ, ਜਦੋਂ ਇਹਨਾਂ ਨੇ ਵੀ ਬੜੀ ਨਿਮਰਤਾ ਗਰੀਬੀ ਮਨ ਦੇ ਵਿੱਚ ਧਾਰਨ ਕਰਦੇ ਹੋਇਆ ਸਤਿਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਜੋਦੜੀਆਂ ਕੀਤੀਆਂ ਸਨ। ਕਹਿਓ ਜੋਰ ਕਰ ਸੁਨਹੁ ਪਰਬੀਨ, ਐ ਸਰਬੱਗ ਸਤਿਗੁਰੂ ਸੱਚੇ ਪਾਤਸ਼ਾਹ ਜੋ ਸਾਡਾ ਇੱਕ ਆਪ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਨ ਦਾ ਫਰਜ਼ ਬਣਦਾ ਹੈ। ਤਜ ਕੇ ਦਰਾਣਾ ਕੁਛ ਕਪਿਆਨੀ, ਸਤਿਗੁਰੂ ਜੀ ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆਂ ਜਿਹੜੀ ਆ ਖਿਦਰਾਣੇ ਦੀ ਢਾਬ ਉਹਨੂੰ ਛੱਡ ਕਰਕੇ ਜਿੱਥੇ ਅੱਜ ਕੱਲ੍ਹ ਟਿੱਬੀ ਸਾਹਿਬ ਸਤਿਗੁਰੂ ਜੀ ਦਾ ਬੜਾ ਸੁੰਦਰ ਸਥਾਨ ਸੁਸ਼ੋਭਿਤ ਹੈ, ਖਿਦਰਾਣੇ ਦੀ ਢਾਬ ਤੋਂ ਫਿਰ ਚੱਲ ਕਰਕੇ ਮਹਾਰਾਜ ਟਿੱਬੀ ਸਾਹਿਬ ਵਾਲੀ ਜਗ੍ਹਾ 'ਤੇ ਪਹੁੰਚ ਗਏ ਸਨ। ਖਰੇ ਭਈ ਪ੍ਰਭ ਲਰਨ ਟਿਕਾਨੇ, ਹੁਣ ਉੱਥੇ ਸਤਿਗੁਰੂ ਜੀ ਬਹੁਤ ਵੱਡਾ ਘਮਸਾਨ ਦਾ ਯੁੱਧ ਕਰਨ ਦੇ ਲਈ ਟਿਕ ਗਏ ਸਨ। ਇਤਨੇ ਵਿਖੈ ਸਿੰਘ ਜੇ ਚਾਲੀ, ਇਤਨੇ ਨੂੰ ਹੁਣ ਜਿਹੜੇ ਜਥੇਦਾਰ ਭਾਈ ਮਾ ਸਿੰਘ ਦੇ ਸਾਥੀ 40 ਕੁ ਇਹ ਉਹਨਾਂ ਦੇ ਵਿੱਚੋਂ ਕੁਰਬਾਨੀ ਕਰਨ ਦੇ ਲਈ ਵਾਪਸ ਮੁੜੇ ਸੀ। ਲਰਨ ਹੀਤ ਕਰ ਧੀਰ ਵਿਸਾਲੀ, ਹੁਣ ਉਹਨਾਂ ਨੇ ਵੀ ਤੁਰਕਾਂ ਮੁਗਲਾਂ ਪਠਾਨਾਂ ਦਾ ਕਰਨ ਦੇ ਲਈ ਮੁਕਾਬਲਾ ਪਹਿਲਾਂ ਹੀ ਆਪਣੇ ਕਮਰ ਕਸੇ ਕਰ ਲਏ ਸਨ। ਗੁਰ ਕੀ ਦਿਸ਼ਾ ਉਤਾਇਲ ਆਈ, ਇਹ ਵੀ ਹੁਣ ਉੱਥੋਂ ਬੜੀ ਛੇਤੀ ਹੀ ਚੱਲ ਕੇ ਸਤਿਗੁਰੂ ਜੀ ਦੇ ਨੇੜੇ ਪਹੁੰਚ ਗਏ ਸਨ। ਤੋਪਕ ਤਿਆਰ ਤੋੜੇ ਸੁਲਗਾਈ, ਇਹਨਾਂ ਨੇ ਆਪੋ ਆਪਣੀਆਂ ਬੰਦੂਕਾਂ ਦੇ ਵਿੱਚ ਗੋਲੀਆਂ ਬਾਰੂਦ ਵਗੈਰਾ ਭਰ ਲਿਆ ਸੀ। ਸਰ ਖਿਦਰਾਣਾ ਤਿਨਹੁ ਨਿਹਾਰਾ, ਜਦੋਂ ਆ ਕਰਕੇ ਇਹਨਾਂ 40 ਨੇ ਖਿਦਰਾਣੇ ਦੀ ਢੱਬ ਦੇ ਵੱਲ ਨਿਗਾਹ ਮਾਰੀ ਸੀ। ਆਈ ਪਰਵੇਸ਼ੀ ਤਾਹੇ ਮਜਾਰਾ, ਉੱਥੇ ਇਹਨਾਂ 40 ਮਹਾਰਾਜ ਜੀ ਬੜੇ ਯੋਧੇ ਸੂਰਮਿਆਂ ਨੇ ਜਿਹੜੇ ਸੀ ਵੱਡੇ ਵੱਡੇ ਕੰਡਿਆਂ ਵਾਲੇ ਝਾੜ, ਉਹਨਾਂ ਦੇ ਵਿੱਚ ਹੀ ਆਪਣੀ ਇਹ ਮੋਰਚਾ ਬੰਦੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਮਨਹੁ ਦੁਰਗ ਹੈ ਕਰਿਓ ਪਸੰਦ, ਜਥੇਦਾਰ ਭਾਈ ਮਾ ਸਿੰਘ ਨੂੰ ਇਉਂ ਮਹਿਸੂਸ ਹੋਣ ਲੱਗ ਪਿਆ ਸੀ ਵੀ ਜਿਹਨੇ ਜਿਸ ਤਰ੍ਹਾਂ ਬਿੰਦਾ ਨੇ ਜੰਗ ਕਰਨ ਦੇ ਲਈ ਬਹੁਤ ਵੱਡਾ ਇੱਕ ਕਿਲਾ ਹੀ ਪਸੰਦ ਕਰ ਲਿਆ ਹੁੰਦਾ ਹੈ। ਫਿਰ ਹੋ ਇਹਾਂ ਰਨ ਕਰਹਿ ਬਿਲੰਦ, ਕਹਿ ਲੱਗੇ ਵੀ ਦੇਖੋ ਆਪਾਂ ਨੇ ਫਿਰ ਇੱਥੇ ਖੜਿਆ ਹੋ ਕਰਕੇ ਨਾ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਦੇ ਨਾਲ ਜੰਗ ਕਰਨਾ ਹੈ। ਇਤ ਹੀ ਤੁਰਕਨ ਕੋ ਬਿਰਮਾਵੇ, ਇੱਥੇ ਹੀ ਆਪਾਂ ਨੇ ਯੁੱਧ ਕਰਦਿਆਂ ਕਰਦਿਆਂ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਨੂੰ ਪਰਮਾ ਲੈਣਾ ਹੈ। ਗੁਰ ਕੇ ਪਾਛੇ ਨਾ ਹਨ ਜਾਵੇ, ਹੁਣ ਜਦੋਂ ਜੰਗ ਛਿੜ ਪਿਆ ਫਿਰ ਇਹਨਾਂ ਨੇ ਸਤਿਗੁਰੂ ਜੀ ਦੇ ਪਾਸ ਜਾਣ ਦੇ ਲਈ ਕੋਈ ਵੀ ਮਨ ਦੇ ਵਿੱਚ ਉਦਮ ਪਰ ਇਸ਼ਾਰਤ ਧਾਰਨ ਨਹੀਂ ਕਰਨਾ। ਉਹਨਾਂ ਨੂੰ ਭੁਲੇਖਾ ਪੈ ਜੂ ਵੀ ਸ਼ਾਇਦ ਗੁਰੂ ਜੀ ਨੇ ਜਿਹੜੇ ਆਪਣੇ ਡੇਰੇ ਇੱਥੇ ਹੀ ਆ ਢਾਬ ਦੇ ਉੱਪਰ ਲਗਾਏ ਹੋਏ ਹਨ। ਆਪਸ ਮਹਿ ਮਸਲਤ ਕਰ ਥਿਰੀ, ਇਹ ਜਿਹੜੇ ਜਥੇਦਾਰ ਭਾਈ ਮਾਤ ਸਿੰਘ ਦੇ ਨਾਲ ਦੇ ਸਾਥੀ ਬੈਠ ਕਰਕੇ ਆਪਣਾ
ਗੁਰਮਤਾ ਕਰਨ ਲੱਗ ਪਏ ਸਨ। ਲਰਬੀ ਕਹੋ ਤਿਆਰ ਹੋਈ ਖੜੀ। ਇਹਨਾਂ ਨੇ ਆਉਣਾ ਤੁਰਕਾਂ ਮੁਗਲਾਂ ਪਠਾਨਾਂ ਦੇ ਨਾਲ ਯੁੱਧ ਕਰਨ ਦੇ ਲਈ ਆਪਣੀ ਪੂਰੀ ਤਿਆਰੀ ਕਰ ਲਈ ਹੈ। ਕੀਤਕ ਸਿੰਘ ਨਾ ਬਹੁਤ ਜਨਾਵਨ। ਕਈਆਂ ਸਿੰਘਾਂ ਸੂਰਮਿਆਂ ਨੇ ਵੀ ਆਪਣੀ ਜਿਹੜੀ ਗਿਣਤੀ ਬਹੁਤ ਜ਼ਿਆਦਾ ਤੁਰਕਾਂ ਮੁਗਲਾਂ ਪਠਾਨਾਂ ਨੂੰ ਜਨਾਉਣ ਦੇ ਲਈ ਵੀ ਭੁਲੇਖਾ ਪੈ ਜੇ ਵੀ ਪਤਾ ਨਹੀਂ ਗੁਰੂ ਜੀ ਨੇ ਇੱਥੇ ਆਪਣੇ ਬਹੁਤ ਵੱਡੇ ਵੱਡੇ ਤੰਬੂ ਲਗਾਏ ਹੋਏ ਹਨ। ਖਰੀ ਚਾਦਰੀ ਝਾਰਨ ਪਾਵਨ। ਉਹਨਾਂ ਨੇ ਆਪਣੇ ਵੱਡੇ ਵੱਡੇ ਕਸ਼ਹਿਰੇ ਵੱਡੀਆਂ ਵੱਡੀਆਂ ਜਿਹੜੀਆਂ ਚਾਦਰਾਂ ਝਾੜਾਂ ਦੇ ਉੱਪਰ ਪਾਤੀਆਂ ਵੀ ਦੇਖਣ ਵਾਲਿਆਂ ਤੋਂ ਇਹ ਭੁਲੇਖਾ ਪਊ ਵੀ ਗੁਰੂ ਜੀ ਨੇ ਇੱਥੇ ਹੀ ਖਦਰਾਣੇ ਦੀ ਢਾਬ ਦੇ ਨੇੜੇ ਆਪਣੇ ਜਿਹੜੇ ਵੱਡੇ ਵੱਡੇ ਤੰਬੂ ਲਗਾਏ ਹੋਏ ਹਨ। ਉੱਚੇ ਬਦਰੀ ਕੇ ਤਰਜੀ। ਜਿਹੜੀਆਂ ਬਹੁਤ ਉੱਚੀਆਂ ਉੱਚੀਆਂ ਬੇਰੀਆਂ ਖੜੀਆਂ ਸੀ ਉਹਨਾਂ ਦੇ ਉੱਪਰ ਵੀ ਆਪਣੇ ਇਹਨਾਂ ਨੇ ਬਸਤਰ ਵਗੈਰਾ ਤਾਣ ਦਿੱਤੇ ਸੀ। ਬਸਤਰਨ ਸਾਥ ਅਛਾਦੇ ਤੇਈ। ਬੇਰੀਆਂ ਵੀ ਜਿਹੜੇ ਹੁੰਦੇ ਨੇ ਵੱਡੇ ਵੱਡੇ ਝਾੜਾਂ ਦੇ ਦਰਖਤ ਉਹਨਾਂ ਦੇ ਉੱਪਰ ਕਸ਼ਹਿਰੇ ਵੀ ਔਰ ਵੱਡੇ ਵੱਡੇ ਬਸਤਰ ਤਾਣ ਦਿੱਤੇ ਵੀ ਤੁਰਕਾਂ ਨੂੰ ਬਹੁਤ ਵੱਡਾ ਦੇਖਣ ਸਾਰ ਇਹ ਜਿਹੜਾ ਤੰਬੂਆਂ ਦਾ ਭੁਲੇਖਾ ਪੈ ਜਾਣਾ ਹੈ। ਤੰਬੂ ਲੱਗੇ ਜਾਨ ਰਿਪ ਡਰੈ। ਹੁਣ ਵੱਡੇ ਵੱਡੇ ਤੰਬੂ ਲੱਗਿਆਂ ਦੇ ਕੇ ਤੁਰਕਾਂ ਮੁਗਲਾਂ ਪਠਾਨਾਂ ਦੇ ਮਨ ਦੇ ਵਿੱਚ ਬੜਾ ਡਰ ਪੈਦਾ ਹੋ ਜਾਊਗਾ। ਆਏ ਨਾ ਇੱਕ ਬਿਰ ਹੀਲਾ ਕਰੈ। ਉਹਨਾਂ ਨੇ ਨਾ ਡਰਦਿਆਂ ਹੋਇਆ ਇੱਕੋ ਲਾਗਤ ਸਾਰੀ ਫੌਜ ਨੇ ਆ ਕਰਕੇ ਹਮਲਾ ਨਹੀਂ ਕਰਨਾ ਵੀ ਪਤਾ ਨਹੀਂ ਕਿਤਨੀ ਕੁ ਸੈਨਾ ਗੁਰੂ ਜੀ ਦੇ ਨਾਲ ਹੋਊਗੀ ਕੋਈ ਪਤਾ ਨਹੀਂ। ਡਰਦਿਆਂ ਮਾਰਿਆ ਉਹਨਾਂ ਨੇ ਕਾਫੀ ਇਸ ਥਾਂ ਤੋਂ ਪਿੱਛੇ ਹੀ ਰੁਕ ਜਾਣਾ। ਰਹਿ ਦੂਰ ਹੀ ਹਤੈ ਤੋਂ ਪੰਗਾ। ਉਹਨਾਂ ਤੁਰਕਾਂ ਮੁਗਲਾਂ ਪਠਾਨਾਂ ਨੇ ਮਨ ਦੇ ਵਿੱਚ ਡਰਦਿਆਂ ਹੋਇਆ ਨਾ ਦੂਰੋਂ ਹੀ ਖੜੇ ਹੋ ਕੇ ਬੰਦੂਕਾਂ ਦੇ ਵਿੱਚ ਗੋਲੀਆਂ ਤਾਂ ਜ਼ਰੂਰ ਚਲਾਉਣੀਆਂ ਨੇ ਪਰ ਸਤਿਗੁਰੂ ਜੀ ਦੇ ਤੇਜ ਪ੍ਰਤਾਪ ਤੋਂ ਤਾਂ ਪਹਿਲਾਂ ਹੀ ਬੜੇ ਮਨ ਦੇ ਵਿੱਚ ਡਰੇ ਹੋਏ ਸਨ। ਮਾਰ ਹੈ ਤੁਰਕਨ ਫੋਰ ਹੈ ਅੰਗਾ। ਆਪਾਂ ਨੇ ਇੱਥੇ ਹੀ ਝਾੜਾਂ ਦੇ ਵਿੱਚ ਬਣਾ ਕਰਕੇ ਨਾ ਮੋਰਚਾਬੰਦੀ ਇਹਨਾਂ ਤੁਰਕਾਂ ਮੁਗਲਾਂ ਪਠਾਨਾਂ ਦਾ ਨਾਸ ਕਰਨਾ ਹੁਣ ਜਿਸ ਪ੍ਰਕਾਰ ਇਹਨਾਂ ਮਹਾਰਾਜ ਜੀਵੜਿਆਂ ਨੇ ਬਹੁਤ ਵੱਡੀ ਮਹਾਨ ਸ਼ਹਾਦਤ ਦੇਣੀ ਹੈ ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਥਿਰੇ ਅਦਕ ਕਰ ਕੈ ਉਤਸ਼ਾਹੋ ਤਨ ਜਨਮ ਤਿਨ ਕੋ ਜਗ ਮਾਹੋ। ਥਿਰੇ ਅਦਕ ਕਰ ਕੈ ਉਤਸ਼ਾਹੋ ਤਨ ਜਨਮ ਤਿਨ ਕੋ ਜਗ ਮਾਹੋ। ਚੌਥੇ ਪਾਰ ਬ੍ਰਹਮਾ ਅਵਨਾਸੀ ਅਗਨਾਸ।